पौलुस रसूल दी पत्री कुलिसिया नूं उसका पहला बाप। लिख तुम पौलुस जो परमेश्वर की इच्छा तो मसीह यसू का रसूल हाँ, नाले साडा भरा तीमुथियुस अगे जोग उन्हां संतां नूं जिहड़े कुलेसे दे वासी हन अते मसीह विच नेचावान पाई हन। साडे पिता परमेश्वर दी वल्लों तुहानूं किरपा ते शांति सदा हुंदी रहे। असीं परमेश्वर दा जो साडे प्रभु यीशु मसीह दा पिता है अते धन्नवाद करदे हां ਅਤੇ ਨਿਤ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ। ਜਦੋਂ ਅਸੀਂ ਤੁਹਾਡੀ ਨੇਚਾ ਵਿੱਚ ਜਿਹੜੀ ਯਿਸੂ ਮਸੀਹ ਉੱਤੇ ਹੈ ਉਸ ਨੂੰ ਪ੍ਰੇਮ ਦੀ ਜੋ ਤੁਸੀਂ ਸਭਨਾਂ ਸੰਤਾਂ ਦੇ ਨਾਲ ਕਰਦੇ ਹੋ ਖਬਰ ਸੁਣੀ, ਇਹ ਆਸ ਹੈ ਜੋ ਕਰਨ ਜੋ ਸਵਰਗੀ ਥਾਵਾਂ ਵਿੱਚ ਰੱਖੀ ਹੋਈ ਹੈ ਅਤੇ ਜਿਹਦੀ ਖਬਰ ਤੁਸੀਂ ਸੱਚਾਈ ਦੇ ਵਚਨ ਵਿੱਚ ਅੱਗੋਂ ਸੁਣੀ ਹੈ ਅਤੇ ਉਹ ਤੁਹਾਡੇ ਕੋਲ ਆ ਪਹੁੰਚੀ ਹੈ ਅਤੇ ਜਿਵੇਂ ਤੁਸੀਂ ਸੰਸਾਰ ਵਿੱਚ ਫਲਦੀ ਔਰ ਵੱਧਦੀ ਹੈ ਅਤੇ ਉਸੇ ਤਰ੍ਹਾਂ ਉਸ ਦਿਨ ਤੋਂ ਜਦ ਤੁਸੀਂ ਉਸ ਨੂੰ ਸੁਣਿਆ ਅਤੇ ਪਰਮੇਸ਼ਵਰ ਦੀ ਕਿਰਪਾ ਨੂੰ ਸੱਚਾਈ ਨਾਲ ਪਛਾਣਿਆ ਹੈ, ਤੁਹਾਡੀ ਵੀ ਫਲਦੀ ਰਹੇ ਅਤੇ ਵੱਧਦੀ ਰਹੇ। ਜਿਵੇਂ ਤੁਸੀਂ ਸਾਡੇ ਪਿਆਰੇ ਨਾਲ ਕੰਮ ਕਰਨ ਵਾਲੇ ਇਹ ਪ੍ਰਯਾਸ ਤੇ ਸਿੱਖਿਆ ਜਿਹੜਾ ਸਾਡੇ ਲਈ ਮਸੀਹ ਯਿਸੂ ਦਾ ਮਾਤਬਰ ਸੇਵਕ ਸੀ, ਜਿਨ੍ਹੇ ਤੁਹਾਡਾ ਪ੍ਰੇਮ ਜੋ ਵੀ ਪਰਮੇਸ਼ਵਰ ਦੇ ਆਤਮਾ ਤੋਂ ਸਾਨੂੰ ਦੱਸਿਆ, ਇਸ ਕਰਕੇ ਅਸੀਂ ਵੀ ਉਸ ਦਿਨ ਤੋਂ ਉਹ ਸੁਣਿਆ ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਾਈ ਤੁਸੀਂ ਹਰ ਪ੍ਰਕਾਰ ਦੇ ਆਤਮਿਕ ਗਿਆਨ ਅਤੇ ਸਮਝ ਨਾਲ ਉਹਦੀ ਇੱਛਾ ਨੂੰ ਪਛਾਣ ਕੇ ਭਰਪੂਰ ਹੋ ਜਾਓ, ਤਾਂ ਜੋ ਤੁਸੀਂ ਅਜਿਹੀ ਯੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਪਾਵੇ ਅਤੇ ਹਰੇਕ ਸ਼ੁਭ ਕਰਮ ਅਤੇ ਫਲਦੇ ਰਹੋ ਅਤੇ ਪਰਮੇਸ਼ਵਰ ਦੀ ਪਹਿਚਾਣ ਵਿੱਚ ਵੱਧਦੇ ਰਹੋ ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਅਤੇ ਸਮਰਥ ਹੋ ਜਾਵੋ, ਤਾਂ ਜੋ ਤੁਸੀਂ ਆਨੰਦ ਹੋਣ ਨਾਲ ਭਰਪੂਰ ਹੋ ਕੇ ਸਹਾਰਾ ਅਤੇ ਧੀਰਜ ਕਰੋ ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਨ੍ਹੇ ਸਾਨੂੰ ਇਸ ਯੋਗ ਬਣਾਇਆ ਭਈ ਚਾਨਣ ਵਿੱਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ ਅਤੇ ਸਾਨੂੰ ਅਧਿਕਾਰ ਹੈ ਤੇ ਅਧਿਕਾਰ ਦੇ ਵਾਸਤੇ ਛੁਡਾ ਲਿਆ, ਪਰ ਪਿਆਰੇ ਦੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ। ਉਸੇ ਵਿੱਚ ਨਿਸਤਾਰਾ ਅਰਥਾਤ ਪਾਪਾਂ ਦੀ ਮਾਫੀ ਮਿਲਦੀ ਹੈ। ਉਹ ਅਲੱਗ ਪਰਮੇਸ਼ਵਰ ਦਾ ਰੂਪ ਅਤੇ ਸਾਰੀ ਸ੍ਰਿਸ਼ਟੀ ਵਿੱਚ ਉਹ ਜੇਠਾ ਹੈ, ਕਿਉਂ ਜੋ ਆਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉੱਤੋਂ ਉਸ ਤੋਂ ਉਤਪਤ ਹੋਈਆਂ ਹਨ, ਨਾਲੇ ਦੱਸਣ ਵਾਲੀਆਂ ਨਾਲੇ ਨਾ ਦਿਸਣ ਵਾਲੀਆਂ, ਕੀ ਸਿੰਘਾਸਨ, ਕੀ ਰਿਆਸਤਾਂ, ਕੀ ਹਕੂਮਤਾਂ, ਕੀ ਅਖਤਿਆਰ, ਸਭ ਕੁਝ ਉਸ ਦੇ ਰਾਹੀਂ ਅਤੇ ਉਸ ਦੇ ਲਈ ਉਤਪਤ ਹੋਇਆ ਹੈ ਅਤੇ ਸਭ ਕੁਝ ਉਸ ਤੋਂ ਪਹਿਲਾਂ ਹੈ ਅਤੇ ਸਭ ਕੁਝ ਉਸ ਵਿੱਚ ਕਾਇਮ ਰਹਿੰਦਾ ਹੈ। ਅਤੇ ਉਹ ਦੇਹੀ ਦਾ ਅਰਥਾਤ ਕਲੀਸਿਆ ਦਾ ਸਿਰ ਹੈ। ਉਹ ਆਦ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ ਭਈ ਉਹ ਸਭਨਾਂ ਗੱਲਾਂ ਵਿੱਚ ਪ੍ਰਧਾਨ ਹੋਵੇ, ਕਿਉਂ ਜੋ ਪਿਤਾ ਨੂੰ ਇਹ ਪਾਇਆ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵਸੇ ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉਤਲੀਆਂ ਅਤੇ ਆਕਾਸ਼ ਦੇ ਉਤਲੀਆਂ ਸਾਰੀਆਂ ਵਸਤਾਂ ਨੂੰ ਉਹਦੇ ਰਾਹੀਂ ਹਾਂ ਉਸ ਦੇ ਰਾਹੀਂ ਆਪਣੇ ਨਾਲ ਮਿਲਾਵੇ ਅਤੇ ਤੁਹਾਨੂੰ ਜਿਹੜੇ ਅੱਗੇ ਅੱਡ ਹੋਏ ਹਨ ਅਤੇ ਆਪਣੇ ਕੁਕਰਮਾਂ ਦੇ ਕਾਰਨ ਮਨੋ ਵੈਰੀ ਸੋ, ਉਸਨੇ ਹੁਣ ਉਹਦੀ ਮਾਸ ਦੇ ਕਾਇਰਾਂ ਨਾਲ ਮੌਤ ਦੇ ਵਸੀਲੇ ਮਿਲਾ ਲਿਆ ਅਤੇ ਉਹਨੂੰ ਪਵਿੱਤਰ, ਨਿਰਦੋਸ਼ ਅਤੇ ਬੇਇਲਜ਼ਾਮ ਅਤੇ ਆਪਣੇ ਸਨਮੁਖ ਖੜਾ ਕੀਤਾ। ਪਰ ਤਦ ਜੇ ਤੁਸੀਂ ਨੇਚਾ ਦੀ ਨੀਂਹ ਉੱਤੇ ਕਾਇਮ ਰਹੋ ਅਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਨਾ ਹਟਾਏ ਜਾਓ ਜਿਹੜੀ ਤੁਸਾਂ ਸੁਣੀ ਸੀ, ਜਿਹਦਾ ਪ੍ਰਚਾਰ ਆਕਾਸ਼ ਦੀ ਹੇਠਲੀ ਸਾਰੀ ਸ੍ਰਿਸ਼ਟ ਵਿੱਚ ਕੀਤਾ ਗਿਆ, ਜਿਹਦਾ ਮੈਂ ਸੇਵਕ ਪੌਲੁਸ ਹਾਂ। ਹੁਣ ਮੈਂ ਆਪਣੇ ਉਹਨਾਂ ਦੁੱਖਾਂ ਨਾਲ ਜੋ ਤੁਹਾਡੇ ਲਈ ਚੱਲਦਾ ਹਾਂ ਆਨੰਦ ਹਾਂ ਅਤੇ ਮਸੀਹ ਦੀਆਂ ਬਿਪਤਾਵਾਂ ਦਾ ਘਾਟਾ ਮੈਂ ਉਹੀ ਦੇਹੀ ਅਰਥਾਤ ਕਲੀਸਿਆ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ। ਮੈਂ ਉਸ ਕਲੀਸਿਆ ਦਾ ਸੇਵਕ ਹੋਇਆ ਉਸ ਮੁਖਤਿਆਰੀ ਮੁਜਬ ਜੋ ਮੈਨੂੰ ਪਰਮੇਸ਼ਵਰ ਦੇ ਵੱਲੋਂ ਦਿੱਤੀ ਗਈ, ਭਾਈ ਮੈਂ ਪਰਮੇਸ਼ਵਰ ਦੇ ਵਚਨ ਦੀ ਪੂਰੀ ਕਥਾ ਕਰਾਂ ਅਰਥਾਤ ਉਸ ਭੇਦ ਦੀ ਜਿਹੜਾ ਸਾਰੀਆਂ ਯੁੱਗਾਂ ਦੇ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਹੈ, ਪਰ ਹੁਣ ਉਹ ਸੰਤਾਂ ਉੱਤੇ ਪ੍ਰਗਟ ਹੋਇਆ ਜਿਹਨੂੰ ਪਰਮੇਸ਼ਵਰ ਨੇ ਮਹਿਰਮ ਕਰਨਾ ਚਾਹਿਆ। ਪਰ ਪਰਾਈਆਂ ਕੌਮਾਂ ਵਿੱਚ ਇਸ ਭੇਦ ਦੇ ਧਨ ਦਾ ਪ੍ਰਤਾਪ ਕੀ ਹੈ? ਸੋ ਇਹ ਮਸੀਹ ਤੁਹਾਡੇ ਵਿੱਚ ਪ੍ਰਤਾਪ ਦੀ ਆਸ ਹੈ ਜਿਹਦੀ ਅਸੀਂ ਖਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਚਿਤਾਰਦੇ ਹਾਂ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ। ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧੇ ਕਰਕੇ ਪੇਸ਼ ਕਰਦੇ ਹਾਂ ਅਤੇ ਇਸੇ ਗੱਲ ਮੈਂ ਉਹੀ ਕਰਨੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪਾਉਂਦਾ ਹੈ ਵੱਡੇ ਯਤਨ ਨਾਲ ਮਿਹਨਤ ਕਰਦਾ ਹਾਂ। ਦੂਜਾ ਬਾਪ, ਮੈਂ ਚਾਹੁੰਦਾ ਹਾਂ ਭਈ ਤੁਸੀਂ ਇਹ ਜਾਣੋ ਜੋ ਮੈਂ ਉਹ ਤੁਹਾਡੇ ਅਤੇ ਉਹਨਾਂ ਦੇ ਲਈ ਜਿਹੜੇ ਲਾਉਦੀਕੀਆ ਵਿੱਚ ਹਨ ਅਤੇ ਉਹਨਾਂ ਸਭਨਾਂ ਦੇ ਲਈ ਜਿਨ੍ਹਾਂ ਮੇਰਾ ਮੂੰਹ ਨਾ ਡਿੱਠਾ ਕਿੱਡਾ ਯਤਨ ਕਰਦਾ ਹਾਂ, ਤਾਂ ਜੋ ਉਹਨਾਂ ਦੇ ਦਿਲਾਂ ਨੂੰ ਤਸੱਲਾ ਹੋਵੇ ਅਤੇ ਉਹ ਪ੍ਰੇਮ ਵਿੱਚ
ਗੁੰਦੇ ਰਹਿਣ ਅਤੇ ਉਹ ਸਮਝ ਪੂਰੀ ਨਿਸ਼ਚਾ ਅਤੇ ਸਾਰੇ ਤਨ ਨਾਲ ਪ੍ਰਾਪਤ ਹੋ ਜਾਣ ਅਤੇ ਪਰਮੇਸ਼ਰ ਦੇ ਭੇਤ ਨੂੰ ਜਾਣ ਲੈਣ, ਅਰਥਾਤ ਮਸੀਹ ਨੂੰ। ਇਹਨੇ ਆਪਣੇ ਵਿੱਚ ਬੁੱਧ ਦੇ ਗਿਆਨ ਨੂੰ ਅਤੇ ਸਾਰੇ ਖਜ਼ਾਨੇ ਨੂੰ ਗੁਪਤ ਹਨ। ਅਤੇ ਮੈਂ ਇਹ ਆਖਦਾ ਹਾਂ, ਭਈ ਕਿਤੇ ਪਟਾਉਣੀਆਂ ਗੱਲਾਂ ਨਾਲ ਕੋਈ ਤੁਹਾਨੂੰ ਪੁਚਲਾ ਨਾ ਲਵੇ, ਕਿਉਂ ਜੋ ਮੈਂ ਭਾਵੇਂ ਸਰੀਰ ਕਰਕੇ ਤੁਹਾਥੋਂ ਪਰੋਖੇ ਹਾਂ, ਪਰ ਆਤਮਾ ਕਰਕੇ ਤੁਹਾਡੇ ਕੋਲ ਹਾਂ ਅਤੇ ਤੁਹਾਡੀ ਮਰਜ਼ਾਦਾ ਅਤੇ ਤੁਹਾਡੀ ਮਸੀਹ ਉੱਤੇ ਨਿਚਾ ਅਤੇ ਦ੍ਰਿੜਤਾ ਵੇਖ ਕੇ ਆਨੰਦ ਹੁੰਦਾ ਹਾਂ। ਸੋ ਜਿਵੇਂ ਤੁਸੀਂ ਮਸੀਹ ਯਿਸੂ ਨੂੰ ਕਬੂਲ ਕੀਤਾ, ਤਿਵੇਂ ਤੁਸੀਂ ਉਹਦੇ ਵਿੱਚ ਚੱਲਦੇ ਜਾਓ ਅਤੇ ਜੜ ਫੜ ਕੇ ਉਹਦੇ ਉੱਤੇ ਸਿਰ ਅਤੇ ਉਹਦੇ ਉੱਤੇ ਉਸਰ ਕੇ ਆਪਣੀ ਨਿਚਾ ਵਿੱਚ ਦ੍ਰਿੜ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ ਧੰਨਵਾਦ ਬਾਹਲਾ ਕਰਦੇ ਜਾਓ। ਵੇਖਣਾ ਕਿਤੇ ਤੁਸੀਂ ਆਪਣੀ ਫੈਲਸੂਫੀ ਦੇ ਲਾਗ ਅਤੇ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ, ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ, ਪਰ ਮਸੀਹ ਦੇ ਅਨੁਸਾਰ ਨਹੀਂ, ਕਿਉਂ ਜੋ ਪਰਮੇਸ਼ਵਰਤਾਈ ਦੀ ਸਾਰੀ ਭਰਪੂਰੀ ਉਸੇ ਵਿੱਚ ਦੇਹਧਾਰੀ ਹੋ ਕੇ ਵਸਦੀ ਹੈ ਅਤੇ ਤੁਸੀਂ ਉਸਦੇ ਵਿੱਚ ਸੰਪੂਰਨ ਹੋ ਗਏ ਹੋ, ਜਿਹੜਾ ਸਾਰੀ ਹਕੂਮਤ ਅਤੇ ਸਾਰੇ ਇਖਤਿਆਰ ਦਾ ਸਿਰ ਹੈ, ਅਤੇ ਜਿਹਦੇ ਵਿੱਚ ਤੁਸੀਂ ਸੁੰਨਤ ਅਤੇ ਸੁਣਤੀ ਵੀ ਹੋਏ, ਜੋ ਹੱਥਾਂ ਨਾਲ ਕੀਤੀ ਹੋਈ ਨਹੀਂ, ਅਰਥਾਤ ਮਸੀਹ ਵਾਲੀ ਸੁੰਨਤ, ਅਤੇ ਜਿਹਦੇ ਵਿੱਚ ਸਰੀਰਕ ਮਾਸ ਲਾ ਸੁੱਟੀਦਾ ਹੈ। ਤੁਸੀਂ ਬਪਤਿਸਮਾ ਵਿੱਚ ਉਸ ਦੇ ਨਾਲ ਦੱਬੇ ਗਏ ਅਤੇ ਵਿਦੇ ਵਿੱਚ ਪਰਮੇਸ਼ਵਰ ਦੀ ਕਰਨੀ ਉੱਤੇ ਨਿਚਾ ਰੱਖ ਕੇ, ਜਿਵੇਂ ਉਹਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾ ਉੱਠਿਆ ਅਤੇ ਉਹਦੇ ਨਾਲ ਉਠਾਏ ਵੀ ਗਏ, ਅਤੇ ਉਸਨੇ ਤੁਹਾਨੂੰ ਜਿਹੜੇ ਆਪਣੇ ਅਪਰਾਧਾਂ ਅਤੇ ਆਪਣੇ ਸਰੀਰ ਦੇ ਅਸੁੰਨਤ ਕਾਰਨ ਮੋਏ ਹੋਏ ਸੋ, ਉਹਦੇ ਨਾਲ ਜਿਵਾ ਲਿਆ, ਕਿਉਂ ਜੋ ਉਹਨੇ ਆਪ ਸਾਡੇ ਅਪਰਾਧਾਂ ਨੂੰ ਮਾਫ਼ ਕੀਤਾ ਅਤੇ ਉਹਨਾਂ ਨੂੰ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ, ਉਸ ਨੂੰ ਮੇਸ ਕੀਤਾ ਅਤੇ ਉਹਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਉਹਨਾਂ ਵਿੱਚੋਂ ਸੁੱਕ ਸੁੱਟਿਆ ਅਤੇ ਉਹਨਾਂ ਸਾਰੀਆਂ ਹਕੂਮਤਾਂ ਅਤੇ ਇਖਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਉਸ ਦੇ ਦੁਆਰਾ ਉਹਨਾਂ ਨੂੰ ਫਤਹ ਕਰਕੇ ਖੁੱਲ੍ਹਮ ਖੁੱਲ੍ਹਾ ਤਮਾਸ਼ਾ ਬਣਾਇਆ। ਇਸ ਲਈ ਖਾਣ ਪੀਣ ਜਾਂ ਤਿਉਹਾਰ ਜਾਂ ਮੱਸਿਆ ਜਾਂ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ। ਇਹ ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹੈ, ਪਰ ਇਹ ਦੇਹ ਮਸੀਹ ਦੀ ਹੈ। ਕੋਈ ਮਨੁੱਖ ਅਧੀਨਤਾਈ ਅਤੇ ਦੂਤਾਂ ਦੀ ਪੂਜਾ ਨੂੰ ਪਸੰਦ ਕਰਕੇ ਤੁਹਾਨੂੰ ਇਨਾਮ ਕਿਤੇ ਸਖਣੀਆਂ ਨਾ ਰੱਖੇ, ਜਿਹੜਾ ਆਪਣੀ ਸਰੀਰਕ ਬੁੱਧ ਤੋਂ ਅਕਰਥ ਫੁੱਲ ਕੇ ਵੇਖੀਆਂ ਹੋਈਆਂ ਅਤੇ ਗੱਲਾਂ ਉੱਤੇ ਲੱਗਾ ਰਹਿੰਦਾ ਹੈ, ਅਤੇ ਉਸ ਨੂੰ ਸਿਰ ਨੂੰ ਫੜੀ ਨਹੀਂ ਰੱਖਦਾ, ਜਿਸ ਤੋਂ ਸਾਰੀ ਦੇਹੀ ਜੋੜਾਂ ਦੇ ਪੁੱਠੀਆਂ ਅਤੇ ਸਾਰੀ ਪਲ ਰਲ ਕੇ ਆਪੋ ਵਿੱਚ ਜੁੜ ਕੇ ਪਰਮੇਸ਼ਵਰ ਵੱਲੋਂ ਵੱਧਦੀ ਜਾਂਦੀ ਹੈ। ਜੇ ਤੁਸੀਂ ਮਸੀਹ ਦੇ ਨਾਲ ਸੰਸਾਰ ਦੀਆਂ ਮੂਲ ਗੱਲਾਂ ਤੋਂ ਮਰ ਗਏ, ਤਾਂ ਸੰਸਾਰ ਵਿੱਚ ਜਿਉਂਦਿਆਂ ਵਾਂਗੂ ਇਹੋ ਜਿਹੀਆਂ ਵਿਧੀਆਂ ਵਿੱਚ ਵਸ ਆਉਂਦੇ ਹੋ, ਜਿਹੜੀਆਂ ਮਨੁੱਖਾਂ ਦੀਆਂ ਆਗਿਆ ਅਤੇ ਸਿੱਖਿਆ ਦੇ ਅਨੁਸਾਰ ਹਨ, ਜਿਵੇਂ ਹੱਥ ਨਾ ਲਾਵੀਂ, ਨਾ ਚੱਖੀ, ਨਾ ਛੂਵੀਂ। ਇਹ ਸਾਰੀਆਂ ਵਸਤਾਂ ਵਰਤਣ ਨਾਲ ਨਹੀਂ ਨਾਸ ਹੋ ਜਾਣਗੀਆਂ। ਭਾਵੇਂ ਇਹ ਗੱਲਾਂ ਮਨ ਮਤੇ ਅਤੇ ਪੂਜਾ ਦੀ ਅਧੀਨਤਾਈ ਅਤੇ ਦੇਹ ਦੀ ਤਪੱਸਿਆ ਕਰਕੇ ਬੁੱਧ ਦੀਆਂ ਪਾਸਦੀਆਂ ਹਨ, ਤਾਂ ਵੀ ਸਰੀਰ ਦੀਆਂ ਕਾਮਨਾ ਰੋਕਣ ਦੇ ਲਈ ਕਿਸੇ ਹੋਰ ਕੰਮ ਦੀਆਂ ਨਹੀਂ। ਤੀਜਾ ਬਾਪ। ਸੋ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ, ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ, ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠਾ ਹੈ। ਉਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ, ਨਾ ਉਹਨਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ, ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਵਰ ਵਿੱਚ ਗੁਪਤ ਹੋਇਆ। ਜਿਸ ਵੇਲੇ ਮਸੀਹ ਜੋ ਸਾਡੇ ਜੀਵਨ ਹੈ ਪ੍ਰਗਟ ਕੀਤਾ ਜਾਵੇਗਾ, ਉਸ ਵੇਲੇ ਤੁਸਾਂ ਵੀ ਉਹਦੇ ਨਾਲ ਤੇਜ ਵਿੱਚ ਪ੍ਰਗਟ ਕੀਤੇ ਜਾਓਗੇ। ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ, ਅਰਥਾਤ ਹਰਾਮਕਾਰੀ, ਗੰਦਮੰਦ, ਲੁੱਚਪੁਣਾ, ਬੁਰੀ ਇੱਛਾ, ਲੋਭ, ਮੂਰਤੀ ਪੂਜਾ, ਕਿਉਂਕਿ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕ੍ਰੋਧ ਅਨਾਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ, ਜਿਨ੍ਹਾਂ ਦੇ ਰਾਹ ਵਿੱਚ ਤੁਸੀਂ ਅੱਗੇ ਚੱਲਦੇ ਸੋ, ਜਿਸ ਵੇਲੇ ਉਹਨਾਂ ਵਿੱਚ ਜਿਉਂਦੇ ਸੋ। ਪਰ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ, ਅਰਥਾਤ ਕੋਪ, ਕਰੋਧ, ਬਦੀ, ਦੁਰਬਚਨ ਅਤੇ ਆਪਣੇ ਮੂੰਹ ਵਿੱਚੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਇੱਕ ਦੂਜੇ ਨਾਲ ਝੂਠ ਨਾ ਮਾਰੋ, ਕਿਉਂ ਜੋ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹਦੀ ਕਰਨੀਆਂ ਲਸਣੇ ਲਾ ਸੁੱਟੀਆਂ ਹਨ, ਅਤੇ ਨਵੀਂ ਨੂੰ ਪਹਿਨ ਲਿਆ ਹੈ, ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਉੱਤੇ ਨਵੀਂ ਬਣਦੀ ਰਹੇ। ਉੱਥੇ ਯੂਨਾਨੀ, ਯਹੂਦੀ, ਸੁਨਤੀ, ਅਸੁਨਤੀ, ਵੈਸ਼ੀ ਅਤੇ ਸਕੂਥੀ ਅਤੇ ਗੁਲਾਮ ਅਤੇ ਜਾਤ ਕੋਈ ਵੀ ਨਹੀਂ ਹੋ ਸਕਦਾ, ਪਰ ਮਸੀਹ ਸਭੋ ਕੁਝ ਅਤੇ ਸਭਨਾਂ ਵਿੱਚ ਹੈ। ਸੋ ਤੁਸੀਂ ਪਰਮੇਸ਼ਵਰ ਦੇ ਚੁਣਿਆ ਹੋਇਆਂ ਵਾਂਗੂ, ਜਿਹੜੇ ਪਵਿੱਤਰ ਅਤੇ ਪਿਆਰੇ ਹਨ, ਰਹਿਮਦਿਲੀ, ਦਿਆਲਗੀ, ਅਧੀਨਗਈ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ, ਅਤੇ ਇੱਕ ਦੂਜੇ ਦੀ ਸਹਿ ਲਵੇ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦੇਵੇ, ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਹੈ, ਤਿਵੇਂ ਤੁਸੀਂ ਵੀ ਕਰੋ। ਅਤੇ ਇਹਨਾਂ ਸਭਨਾਂ ਉੱਤੋਂ
ਉਹ ਤੋਂ ਪ੍ਰੇਮ ਪਾ ਲਓ ਅਤੇ ਜਿਹੜਾ ਸੰਪੂਰਨਤਾਈ ਦਾ ਬੱਧ ਹੈ। ਅਤੇ ਇਸੇ ਤਰ੍ਹਾਂ ਮਸੀਹ ਦੀ ਸ਼ਾਂਤ ਜਿੱਥੇ ਤੁਸੀਂ ਇੱਕ ਹੋ ਕੇ ਦੇ ਸੱਦੇ ਗਏ ਹੋ ਤੁਹਾਡੇ ਮਨਿਆਂ ਵਿੱਚ ਰਾਜ ਕਰੇ ਅਤੇ ਤੁਸੀਂ ਧੰਨਵਾਦ ਕਰਿਆ ਕਰੋ। ਮਸੀਹ ਦਾ ਵਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ ਅਤੇ ਤੁਸੀਂ ਜ਼ਬੂਰਾਂ ਅਤੇ ਭਜਨਾਂ ਅਤੇ ਆਤਮਿਕ ਗੀਤਾਂ ਦੁਆਰਾ ਇੱਕ ਦੂਜੇ ਨੂੰ ਉਪਦੇਸ਼ ਦਿਆ ਕਰੋ ਅਤੇ ਚਿਤਰਾਈਆਂ ਕਰੋ ਅਤੇ ਕਿਰਪਾ ਨਾਲ ਪਰਮੇਸ਼ਰ ਨੂੰ ਆਪਣੇ ਮਨਿਆਂ ਵਿੱਚ ਪਾਇਆ ਕਰੋ। ਅਤੇ ਸਭ ਕੁਝ ਜੋ ਤੁਸੀਂ ਕਰੋ ਭਾਵੇਂ ਵਚਨ ਭਾਵੇਂ ਕਰਮ ਸਭੋ ਪਰਮੇਸ਼ਰ ਯਿਸੂ ਦੇ ਨਾਮ ਉੱਤੇ ਕਰੋ ਅਤੇ ਉਹਦੇ ਰਾਹੀਂ ਆਪਣੇ ਪਿਤਾ ਪਰਮੇਸ਼ਰ ਦਾ ਧੰਨਵਾਦ ਕਰੋ। ਹੇ ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਵਿੱਚ ਯੋਗ ਹੋ। ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਹਨਾਂ ਨੂੰ ਕੋੜੇ ਨਾ ਖੋਵੋ। ਹੇ ਬਾਲਕੋ, ਤੁਸੀਂ ਸਭਨੀ ਗੱਲੀ ਆਪਣੇ ਮਾਪਿਆਂ ਦੇ ਆਗਿਆਕਾਰੀ ਕਰੋ ਅਤੇ ਕਿਉਂ ਜੋ ਪ੍ਰਭੂ ਇਹ ਗੱਲ ਮਨ ਪਾਉਂਦੀ ਹੈ। ਹੇ ਪਿਤਾਓ, ਤੁਸੀਂ ਆਪਣੇ ਬਾਲਕਾਂ ਨੂੰ ਨਾ ਖਿਜਾਓ ਭਾਈ ਉਹਨਾਂ ਨੂੰ ਕਿਤੇ ਮਨ ਦਾ ਹਾਰ ਨਾ ਦੇਣ। ਹੇ ਨੌਕਰੋ, ਤੁਸੀਂ ਸਭਨੀ ਗੱਲੀ ਆਪਣੇ ਸੰਸਾਰਕ ਮਾਲਕਾਂ ਦੇ ਆਗਿਆਕਾਰੀ ਹੋਵੋ ਅਤੇ ਮਨੁੱਖਾਂ ਦੇ ਰਜਾਉਣ ਵਾਲੀਆਂ ਵਾਂਗੂ ਵਿਖਾਵੇ ਦੀ ਨੌਕਰੀ ਨਹੀਂ ਸਗੋਂ ਮਨ ਦੀ ਸਫਾਈ ਨਾਲ ਪ੍ਰਭੂ ਦਾ ਭੈ ਨਾਲ ਕਰੋ। ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੂ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ, ਕਿਉਂਕਿ ਤੁਸੀਂ ਜਾਣਦੇ ਹੋ ਭਾਈ ਤੁਹਾਨੂੰ ਪ੍ਰਭੂ ਤੋਂ ਅਧਿਕਾਰ ਦਾ ਫਲ ਮਿਲੇਗਾ ਅਤੇ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਸੇਵਾ ਕਰਦੇ ਹੋ। ਕਿਉਂਕਿ ਜਿਹੜਾ ਕੁਨਿਆਓ ਕਰਦਾ ਹੈ ਉਸ ਦਾ ਕੁਨਿਆਓ ਦਾ ਵੱਟਾ ਮਿਲੇਗਾ ਅਤੇ ਪੱਖਪਾਤ ਹੁੰਦਾ ਹੀ ਨਹੀਂ। ਚੌਥਾ ਬਾਬ। ਹੇ ਮਾਲਕੋ, ਤੁਸੀਂ ਆਪਣੇ ਨੌਕਰਾਂ ਨਾਲ ਇਹੋ ਜਿਹਾ ਵਰਤਾਵਾ ਕਰੋ ਜਿਹੜਾ ਐਨ ਠੀਕ ਅਤੇ ਯਥਾਰਥ ਹੈ, ਕਿਉਂ ਜੋ ਤੁਸੀਂ ਜਾਣਦੇ ਹੋ ਭਾਈ ਸਵਰਗ ਵਿੱਚ ਤੁਹਾਡਾ ਇੱਕ ਮਾਲਕ ਹੈ। ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਹਰ ਧੰਨਵਾਦ ਕਰਦਿਆਂ ਹੋਇਆਂ ਉਸ ਵਿੱਚ ਸੁਚੇਤ ਰਹੋ। ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਭਾਈ ਪਰਮੇਸ਼ਰ ਸਾਡੇ ਲਈ ਬਾਣੀ ਦਾ ਬੂਹਾ ਖੋਲ੍ਹੇ ਤਾਂ ਜੋ ਅਸੀਂ ਮਸੀਹ ਦਾ ਭੇਦ ਦਾ ਵਰਣਨ ਕਰੀਏ, ਜਿਹਦੇ ਕਾਰਨ ਮੈਂ ਜਕੜਿਆ ਵੀ ਪਿਆ ਹਾਂ। ਭਾਈ ਮੈਂ ਜਿਵੇਂ ਮੈਂ ਵਰਣਨ ਕਰਨਾ ਯੋਗ ਹਾਂ ਅਤੇ ਤਿਹਾਂ ਹੀ ਉਹਨੂੰ ਪ੍ਰਗਟ ਕਰਾਂ। ਤੁਸੀਂ ਸਮੇਂ ਨੂੰ ਲਾਹਾ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾ ਚੱਲੋ। ਤੁਹਾਡੀ ਗੱਲਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਾਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ। ਤਿਕਤੁਸ ਜਿਹੜਾ ਪ੍ਰਭੂ ਵਿੱਚ ਪਿਆਰਾ ਭਾਈ ਹੈ ਅਤੇ ਮਾਤਬਰ ਸੇਵਕ ਅਤੇ ਮੇਰੇ ਨਾਲ ਦਾ ਦਾਸ ਹੈ ਅਤੇ ਮੇਰਾ ਸਾਰਾ ਹਾਲ ਚਾਲ ਤੁਹਾਨੂੰ ਦੱਸੇਗਾ ਅਤੇ ਮੈਂ ਉਸਨੂੰ ਇਸ ਵਿਖੇ ਤੁਹਾਡੇ ਕੋਲ ਘੱਲਿਆ ਜੋ ਤੁਸੀਂ ਸਾਡੀ ਵਿਥਿਆ ਜਾਣ ਲਵੋ ਅਤੇ ਉਹ ਤੁਹਾਡੇ ਦਿਲਾਂ ਨੂੰ ਤਸੱਲੀ ਦੇਵੇ। ਮੈਂ ਉਸ ਦੇ ਨਾਲ ਉਮੇਨੁਸ ਨੂੰ ਤੁਹਾਡੇ ਕੋਲ ਘੱਲਿਆ ਜਿਹੜਾ ਮਾਤਬਰ ਅਤੇ ਪਿਆਰਾ ਭਾਈ ਅਤੇ ਤੁਹਾਡੇ ਵਿੱਚੋਂ ਹੀ ਹੈ। ਉਹ ਇੱਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ। ਅਮਰਤੁਸ ਜੋ ਮੇਰੇ ਨਾਲ ਕੈਦ ਹੈ, ਨਾਲੇ ਮਰਕੁਸ ਜਿਹੜਾ ਬਰਨਬਾਸ ਦਾ ਸਾਕ ਹੈ ਜਿਹਦੇ ਵਿਖੇ ਮੈਂ ਤੁਹਾਨੂੰ ਹੁਕਮ ਮਿਲਿਆ ਸੀ ਜੋ ਉਹ ਤੁਹਾਡੇ ਕੋਲ ਆਵੇ ਅਤੇ ਤੁਸੀਂ ਉਹਦਾ ਆਦਰ ਭਾਵ ਕਰਨਾ। ਅਤੇ ਯਿਸੂ ਮਸੀਹ ਜਿਹੜਾ ਯੁਸਤੁਸ ਕਰਕੇ ਸਦੀਂਦਾ ਹੈ। ਇਹ ਜਿਹੜੇ ਸੁੰਤੀਆਂ ਵਿੱਚੋਂ ਹਨ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਪਰਮੇਸ਼ਵਰ ਦੇ ਰਾਜ ਲਈ ਨਿਰੇ ਇਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਹਨਾਂ ਤੋਂ ਮੈਨੂੰ ਤਸੱਲੀ ਹੋਈ ਹੈ। ਇਪਰਫਾਸ ਮਸੀਹ ਯਿਸੂ ਦਾ ਦਾਸ ਜਿਹੜਾ ਤੁਹਾਡੇ ਵਿੱਚੋਂ ਹੈ ਤੁਹਾਡੀ ਸੁੱਖ ਸਾਂਦ ਪੁੱਛਦਾ ਹੈ ਅਤੇ ਉਹ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਡੇ ਲਈ ਸਦਾ ਵੱਡਾ ਯਤਨ ਕਰਦਾ ਹੈ। ਭਾਈ ਤੁਸੀਂ ਪਰਮੇਸ਼ਵਰ ਦੀ ਸਾਰੀ ਇੱਛਾ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ, ਕਿਉਂ ਜੋ ਮੈਂ ਉਹਦੀ ਸਾਖੀ ਭਰਦਾ ਹਾਂ ਭਾਈ ਉਹ ਤੁਹਾਡੇ ਉੱਤੇ ਅਤੇ ਉਹਨਾਂ ਦੇ ਲਈ ਲੌਕਦੀਆਂ ਵਿੱਚ ਅਤੇ ਹੀਰੋਪੋਲਿਸ ਵਿੱਚ ਰਹਿੰਦੇ ਹਨ ਬਹੁਤ ਮਿਹਨਤ ਕਰਦਾ ਹੈ। ਲੂਕਾ ਪਿਆਰਾ ਵੈਦ ਅਤੇ ਦੇਮਾਸ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਤੁਸੀਂ ਉਹਨਾਂ ਭਾਈਆਂ ਨੂੰ ਜਿਹੜੇ ਲਾਕੁਦੀਆ ਵਿੱਚ ਰਹਿੰਦੇ ਹਨ ਅਤੇ ਨੂਮਫਾਸ ਅਤੇ ਉਸ ਕਲੀਸਿਆ ਨੂੰ ਜੋ ਘਰ ਦੇ ਵਿੱਚ ਹੈ ਸੁੱਖ ਸਾਂਦ ਆਖੋ। ਅਤੇ ਜਦ ਇਹ ਪੱਤਰੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਜੋ ਇਹ ਲਾਕੁਦੀਆ ਦੀ ਕਲੀਸਿਆ ਵਿੱਚ ਪੜ੍ਹੀ ਜਾਵੇ ਅਤੇ ਜਿਹੜੀ ਪੱਤਰੀ ਲਾਕੁਦੀਆ ਤੋਂ ਆਵੇ ਉਹ ਤੁਸੀਂ ਵੀ ਪੜ੍ਹੋ। ਅਤੇ ਅਖਰਿਯੋਪਾਸ ਨੂੰ ਆਖਣਾ ਭਾਈ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਪ੍ਰਾਪਤ ਹੋਈ ਹੈ ਵੇਖੀ ਤੂੰ ਉਸ ਨੂੰ ਪੂਰਿਆ ਕਰੀ। ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ। ਤੁਸਾਂ ਮੇਰੇ ਬੰਧਨਾਂ ਨੂੰ ਚੇਤੇ ਰੱਖਣਾ ਅਤੇ ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।